बेटा नैक्सट टॉपिक 'ਚ ਅਸੀਂ ਪੜ੍ਹਾਂਗੇ ਵਾਈ ਨੋਨ ਕੋਆਪਰੇਸ਼ਨ ਮੂਵਮੈਂਟ ਕਿ ਨੋਨ ਕੋਆਪਰੇਸ਼ਨ ਮੂਵਮੈਂਟ ਜਿਹਨੂੰ ਅਸੀਂ ਜਿਹੜਾ ਨਾ ਮਿਲਵਰਤਨ ਅੰਦੋਲਨ ਵੀ ਕਹਿੰਦੇ ਆ, ਇਹ ਗਾਂਧੀ ਜੀ ਨੇ ਕਿਉਂ ਸ਼ੁਰੂ ਕੀਤਾ ਸੀਗਾ। ਕਹਿੰਦਾ ਇਨ ਹਿਸ ਫੇਮਸ ਬੁੱਕ ਹਿੰਦ ਸਵਰਾਜ, ਇਹ ਕਾਫੀ ਇੰਪੋਰਟੈਂਟ ਹੈ ਕਿ ਹਿੰਦ ਸਵਰਾਜ ਬੁੱਕ ਕਿਹਨੇ ਲਿਖੀ ਸੀ? ਮਹਾਤਮਾ ਗਾਂਧੀ ਜੀ ਨੇ, ਜੋ 1909 ਦੇ ਵਿੱਚ ਲਿਖੀ ਗਈ ਸੀ। ਮਹਾਤਮਾ ਗਾਂਧੀ ਜੀ ਨੇ ਡਿਕਲੇਅਰ ਕੀਤਾ ਸੀਗਾ ਜਿਹੜਾ ਬ੍ਰਿਟਿਸ਼ ਰੂਲ ਹੈ ਹਿੰਦੁਸਤਾਨ ਦੇ ਵਿੱਚ ਤਾਂ ਹੀ ਇਸਟੈਬਲਿਸ਼ ਹੋਇਆ ਹੈ ਕਿਉਂਕਿ ਅਸੀਂ ਲੋਕਾਂ ਨੇ ਉਹਨਾਂ ਨੂੰ ਕੋਆਪਰੇਸ਼ਨ ਦਿੱਤਾ ਸੀ, ਸਹਿਯੋਗ ਦਿੱਤਾ ਸੀਗਾ, ਅਸੀਂ ਉਹਨਾਂ ਦੀ ਮਦਦ ਕੀਤੀ ਅੰਗਰੇਜ਼ੀ ਰਾਜ ਕਾਇਮ ਕਰਨ ਦੇ ਵਿੱਚ। ਸੋ ਗਾਂਧੀ ਜੀ ਦਾ ਕਹਿਣਾ ਸੀਗਾ ਕਿ ਅਗਰ ਇੰਡੀਅਨ ਜਿਹੜੇ ਨੇ ਆਪਣਾ ਇਹ ਕੋਆਪਰੇਸ਼ਨ, ਆਪਣਾ ਸਹਿਯੋਗ ਵਾਪਸ ਲੈ ਲੈਣ, ਸਹਿਯੋਗ ਨਾ ਦੇਣ ਅੰਗਰੇਜ਼ਾਂ ਨੂੰ, ਤਾਂ ਅੰਗਰੇਜ਼ੀ ਰਾਜ ਜਿਹੜਾ ਹੈ ਉਹ 1 ਸਾਲ ਦੇ ਅੰਦਰ ਅੰਦਰ ਖ਼ਤਮ ਹੋ ਜਾਏਗਾ ਐਂਡ ਸਵਰਾਜ ਵੁੱਡ ਕਮ, ਔਰ ਹਿੰਦੁਸਤਾਨੀਆਂ ਦਾ ਜਿਹੜਾ ਰਾਜ ਹੈ, ਸੈਲਫ ਰੂਲ ਜਿਹੜਾ ਹੈ ਆ ਜਾਏਗਾ ਔਰ ਅਸੀਂ ਆਜ਼ਾਦ ਹੋ ਜਾਵਾਂਗੇ। ਹਾਊ ਕੁਡ ਨੋਨ ਕੋਆਪਰੇਸ਼ਨ ਬਿਕਮ ਅ ਮੂਵਮੈਂਟ? ਨੋਨ ਕੋਆਪਰੇਸ਼ਨ ਇੱਕ ਅੰਦੋਲਨ ਕਿਵੇਂ ਬਣ ਸਕਦਾ ਸੀ? ਗਾਂਧੀ ਜੀ ਪ੍ਰਪੋਜ਼ ਦੈਟ ਦ ਮੂਵਮੈਂਟ ਸ਼ੁੱਡ ਅਨਫੋਲਡ ਇਨ ਸਟੇਜਿਸ। ਗਾਂਧੀ ਜੀ ਨੇ ਕਿਹਾ ਸੀਗਾ ਕਿ ਨੋਨ ਕੋਆਪਰੇਸ਼ਨ ਮੂਵਮੈਂਟ ਜਿਹੜੀ ਹੈ ਉਹ ਅਲੱਗ-ਅਲੱਗ ਸਟੇਜਿਸ ਦੇ ਵਿੱਚ ਹੋਏਗੀ। ਬਿਗਨਿੰਗ, ਪਹਿਲੀ ਸਟੇਜ ਕਿਹੜੀ ਹੋਏਗੀ? ਵੀ ਵਿਲ ਸਰੈਂਡਰ ਦਾ ਟਾਈਟਲਸ ਦੈਟ ਗਵਰਨਮੈਂਟਸ ਅਵਾਰਡਡ। ਜੋ ਵੀ ਅੰਗਰੇਜ਼ ਸਰਕਾਰ ਨੇ ਟਾਈਟਲ ਦਿੱਤੇ ਨੇ ਹਿੰਦੁਸਤਾਨੀਆਂ ਨੂੰ, ਉਹ ਵਾਪਸ ਕਰ ਦਿੱਤੇ ਜਾਣਗੇ। ਬਾਈਕਾਟ ਆਫ ਸਿਵਲ ਸਰਵਿਸਿਜ਼, ਆਰਮੀ, ਪੁਲਿਸ, ਕੋਰਟਸ, ਲੈਜਿਸਲੇਟਿਵ ਕਾਊਂਸਿਲ, ਸਕੂਲਸ ਐਂਡ ਫੋਰਨ ਗੁੱਡਸ, ਹਰ ਤਰ੍ਹਾਂ ਦਾ ਬਾਈਕਾਟ ਕੀਤਾ ਜਾਏਗਾ ਅੰਗਰੇਜ਼ੀ ਸੇਵਾ ਦਾ। ਮਤਲਬ ਜੋ ਵੀ ਗਵਰਨਮੈਂਟ ਸਰਵਿਸਿਜ਼ ਨੇ ਸਾਰੀਆਂ ਦਾ ਬਾਈਕਾਟ ਕੀਤਾ ਜਾਏਗਾ। ਸਿਵਲ ਸਰਵਿਸਿਜ਼ ਹੋਵੇ, ਆਰਮੀ, ਪੁਲਿਸ, ਅਦਾਲਤਾਂ, ਲੈਜਿਸਲੇਟਿਵ ਕਾਊਂਸਿਲ ਹੈ, ਸਕੂਲ ਹੈ, ਫੋਰਨ ਗੁੱਡਸ ਹੈ। ਸੋ ਵਿਦੇਸ਼ੀ ਚੀਜ਼ਾਂ ਜੋ ਵੀ ਕੁਛ ਅੰਗਰੇਜ਼ਾਂ ਨਾਲ ਸੰਬੰਧਿਤ ਹੈ ਸਭ ਦਾ ਬਾਈਕਾਟ ਕੀਤਾ ਜਾਏ, ਉਹਨਾਂ ਦਾ ਇਸਤੇਮਾਲ ਨਾ ਕੀਤਾ ਜਾਏ, ਉਹਨਾਂ ਨੂੰ ਰਿਫਿਊਜ਼ ਕੀਤਾ ਜਾਏ। ਇਨ ਕੇਸ ਦਾ ਗਵਰਨਮੈਂਟ ਯੂਜ਼ ਡਿਪਰੈਸ਼ਨ, ਅਗਰ ਸਰਕਾਰ ਜਿਹੜੀ ਹੈ ਸਖਤੀ ਕਰੇਗੀ, ਫੁੱਲ ਸਿਵਲ ਡਿਸਓਬੀਡੀਐਂਸ ਕੈਂਪੇਨ ਵੁੱਡ ਬੀ ਲਾਂਚਡ, ਤਾਂ ਫਿਰ ਜਿਹੜਾ ਹੈ ਸਖਤੀ ਦੇ ਨਾਲ ਮੂਵਮੈਂਟ ਚਲਾਈ ਜਾਏਗੀ ਔਰ ਅੰਗਰੇਜ਼ਾਂ ਦੇ ਕਾਨੂੰਨਾਂ ਨੂੰ ਤੋੜਿਆ ਜਾਏਗਾ। ਥਰੂ ਦ ਸਮਰ ਆਫ 1920 ਮਹਾਤਮਾ ਗਾਂਧੀ ਐਂਡ ਸ਼ੌਕਤ ਅਲੀ ਟੂਅਰਡ ਐਕਸਟੈਂਸਿਵਲੀ ਮੋਬਿਲਾਈਜ਼ਿੰਗ ਪੋਪੂਲਰ ਸਪੋਰਟ ਫॉर ਦ ਮੂਵਮੈਂਟ। 1920 ਦੀਆਂ ਗਰਮੀਆਂ ਦੇ ਵਿੱਚ ਮਹਾਤਮਾ ਗਾਂਧੀ ਜੀ ਔਰ ਸ਼ੌਕਤ ਅਲੀ ਸਾਨੂੰ ਪਤਾ ਹੈ ਖਿਲਾਫਤ ਕਮੇਟੀ ਦੇ ਮੈਂਬਰ ਹੈਗੇ ਸੀ। ਇਹਨਾਂ ਨੇ ਮਿਲ ਕੇ ਜਿਹੜਾ ਹੈ ਹਿੰਦੁਸਤਾਨ ਦਾ ਦੌਰਾ ਕੀਤਾ ਔਰ ਲੋਕਾਂ ਨੂੰ ਤਿਆਰ ਕੀਤਾ ਇਸ ਮੂਵਮੈਂਟ ਵਾਸਤੇ। ਅੱਗੇ ਇੱਕ ਪ੍ਰੋਬਲਮ ਦਿਖਾਈ ਜਾ ਰਹੀ ਹੈ ਨੈਕਸਟ ਪੈਰਾਗ੍ਰਾਫ ਵਿੱਚ, ਕਹਿੰਦਾ ਬਹੁਤ ਸਾਰੇ ਕਾਂਗਰਸ ਦੇ ਲੀਡਰ ਐਸੇ ਸੀਗੇ ਜਿਹੜੇ ਕਿ ਗਾਂਧੀ ਜੀ ਦੇ ਪ੍ਰਪੋਜ਼ਲ ਨਾਲ ਸਹਿਮਤ ਨਹੀਂ ਸੀਗੇ। ਦੇ ਵਰ ਰਿਲਕਟੈਂਟ ਟੂ ਬਾਈਕਾਟ ਦਾ ਕਾਊਂਸਿਲ ਇਲੈਕਸ਼ਨ। ਗਾਂਧੀ ਜੀ ਨੇ ਕਿਹਾ ਸੀਗਾ ਕਿ ਇਲੈਕਸ਼ਨਸ ਦਾ ਬਾਈਕਾਟ ਕਰੇਗੀ ਕਾਂਗਰਸ, ਲੇਕਿਨ ਕੁਛ ਮੈਂਬਰ ਸੀਗੇ ਜਿਹੜੇ ਇਲੈਕਸ਼ਨ ਵਿੱਚ ਹਿੱਸਾ ਲੈਣਾ ਚਾਹੁੰਦੇ ਸੀਗੇ। ਦੇ ਫੀਅਰਡ ਦੈਟ ਦਾ ਮੂਵਮੈਂਟ ਮਾਈਟ ਲੀਡ ਟੂ ਪੋਪੂਲਰ ਵਾਇਲੈਂਸ। ਸੋ ਕਾਂਗਰਸ ਦੇ ਕੁਛ ਲੀਡਰਾਂ ਨੂੰ ਡਰ ਸੀਗਾ ਕਿ ਇਹ ਮੂਵਮੈਂਟ ਸਫਲ ਨਹੀਂ ਹੋਏਗੀ, ਵਾਇਲੈਂਸ ਹੋਏਗੀ। ਸੈਪਟੰਬਰ ਔਰ ਦਸੰਬਰ ਦੇ ਵਿਚਕਾਰ ਜਿਹੜਾ ਹੈ ਕਾਂਗਰਸ ਦੇ 2 ਗਰੁੱਪਾਂ ਦੇ ਵਿੱਚ ਜਿਹੜਾ ਹੈ ਕਾਫੀ ਤਕਰਾਰ ਬਣੀ ਹੋਈ ਸੀ, ਕਾਫੀ ਜਿਹੜੀ ਹੈ ਕਨਫਲਿਕਟ ਪੈਦਾ ਹੋ ਗਿਆ ਸੀਗਾ। ਉਸ ਟਾਈਮ 'ਤੇ ਇੱਦਾਂ ਲੱਗਦਾ ਸੀਗਾ ਕਿ ਕਾਂਗਰਸ ਦੇ ਦੋਨੋਂ ਗਰੁੱਪ ਜਿਹੜੇ ਕਦੇ ਇਕੱਠੇ ਨਹੀਂ ਹੋਣਗੇ ਔਰ ਇੱਕ ਦੂਜੇ ਦਾ ਵਿਰੋਧ ਕਰਨਗੇ, ਲੇਕਿਨ ਆਖਿਰਕਾਰ ਕਾਂਗਰਸ ਦੇ ਵਿੱਚ ਜਿਹੜੀ ਹੈ ਕੰਪਰੋਮਾਈਜ਼ ਹੋਇਆ। 1920 ਦੇ ਵਿੱਚ ਦਸੰਬਰ ਦੇ ਵਿੱਚ ਨਾਗਪੁਰ ਦੇ ਸੈਸ਼ਨ ਦੇ ਵਿੱਚ ਜਿਹੜੇ ਕਾਂਗਰਸ ਦੇ ਲੀਡਰ ਗਾਂਧੀ ਜੀ ਦਾ ਸਾਥ ਨਹੀਂ ਸੀ ਦੇ ਰਹੇ, ਉਹਨਾਂ ਨੇ ਵੀ ਜਿਹੜਾ ਹੈ ਗਾਂਧੀ ਜੀ ਨਾਲ ਸਹਿਮਤੀ ਪ੍ਰਗਟ ਕੀਤੀ, ਇੱਕ ਸਮਝੌਤਾ ਕੀਤਾ ਗਿਆ ਔਰ ਨੋਨ ਕੋਆਪਰੇਸ਼ਨ ਦਾ ਜਿਹੜਾ ਪ੍ਰੋਗਰਾਮ ਸੀਗਾ ਉਹਨੂੰ ਅਪਣਾਇਆ ਗਿਆ। ਅੱਗੇ ਅਸੀਂ ਦੇਖਾਂਗੇ ਕਿ ਇਹ ਮੂਵਮੈਂਟ ਜਿਹੜੀ ਹੈ ਕਿਵੇਂ ਸ਼ੁਰੂ ਹੋਈ, ਕਿਹਨਾਂ ਨੇ ਇਹਦੇ ਵਿੱਚ ਪਾਰਟੀਸਪੇਟ ਕੀਤਾ ਔਰ ਕਿਹੜੇ ਸੋਸ਼ਲ ਗਰੁੱਪਸ ਜਿਹੜੇ ਸੀਗੇ ਉਹਨਾਂ ਵਾਸਤੇ ਨੋਨ ਕੋਆਪਰੇਸ਼ਨ ਦਾ ਮਤਲਬ ਕੀ ਸੀਗਾ। ਸੋ ਦੇਖਾਂਗੇ ਕਿ ਅਲੱਗ-ਅਲੱਗ ਸੋਸ਼ਲ ਗਰੁੱਪਸ ਦੇ ਵਾਸਤੇ ਨੋਨ ਕੋਆਪਰੇਸ਼ਨ ਮੂਵਮੈਂਟ ਜਿਹੜੀ ਹੈ ਉਹਦਾ ਮੀਨਿੰਗ ਕੁਛ ਡਿਫਰੈਂਟ ਸੀ। ਸਾਡਾ ਨੈਕਸਟ ਟੌਪਿਕ ਹੈ ਡਿਫਰਿੰਗ ਸਟੈਂਡਸ ਵਿਦ ਇਨ ਦਾ ਮੂਵਮੈਂਟ। ਜਿਹੜੀ ਨੋਨ ਕੋਆਪਰੇਸ਼ਨ ਮੂਵਮੈਂਟ ਹੈ ਇਹਦੀਆਂ ਅਸੀਂ ਡਿਫਰੈਂਟ ਫਾਰਮਸ ਦੇਖਾਂਗੇ। ਅਲੱਗ-ਅਲੱਗ ਲੋਕਾਂ ਵਾਸਤੇ ਦਾ ਅਲੱਗ-ਅਲੱਗ ਮੀਨਿੰਗ ਸੀਗਾ ਜਾਂ ਅਲੱਗ-ਅਲੱਗ ਏਰੀਆਜ਼ ਦੇ ਵਿੱਚ ਇਹਦੀ ਸਕਸੈਸ ਰੇਟ ਅਲੱਗ-ਅਲੱਗ ਹੈਗੀ ਸੀਗੀ। ਇਹਦਾ ਨੋਨ ਕੋਆਪਰੇਸ਼ਨ ਮੂਵਮੈਂਟ ਜਿਹੜੀ ਹੈ ਇਹ ਖਿਲਾਫਤ ਮੂਵਮੈਂਟ ਦੇ ਨਾਲ ਮਿਲ ਕੇ ਚੱਲੀ ਸੀ। ਇਹਨੂੰ ਨੋਨ ਕੋਆਪਰੇਸ਼ਨ ਖਿਲਾਫਤ ਮੂਵਮੈਂਟ ਵੀ ਕਹਿੰਦੇ ਆ। ਨੋਨ ਕੋਆਪਰੇਸ਼ਨ ਖਿਲਾਫਤ ਮੂਵਮੈਂਟ ਜਿਹੜੀ ਹੈ ਜਨਵਰੀ 1921 ਦੇ ਵਿੱਚ ਸ਼ੁਰੂ ਹੋਈ ਸੀਗੀ। ਅਲੱਗ-ਅਲੱਗ ਸੋਸ਼ਲ ਗਰੁੱਪਸ ਨੇ ਇਹਦੇ ਵਿੱਚ ਪਾਰਟੀਸਪੇਟ ਕੀਤਾ ਸੀਗਾ ਵਿਦ ਈਚ ਵਿਦ ਇਟਸ ਓਨ ਸਪੈਸੀਫਿਕ ਐਸਪੀਰੇਸ਼ਨ। ਹਰ ਇੱਕ ਗਰੁੱਪ ਦੀਆਂ ਆਪਣੀਆਂ ਆਸ਼ਾਵਾਂ ਸੀ ਇਸ ਮੂਵਮੈਂਟ ਤੋਂ। ਆਲ ਆਫ ਦੈਮ ਰਿਸਪੋਂਡਿਡ ਟੂ ਦਾ ਕਾਲ ਆਫ ਸਵਰਾਜ ਬਟ ਦਾ ਟਰਮ ਮੈਂਟ ਡਿਫਰੈਂਟ ਥਿੰਗਸ ਟੂ ਡਿਫਰੈਂਟ ਪੀਪਲ। ਸਾਰੇ ਹੀ ਗਰੁੱਪਸ ਜਿਹੜੇ ਸੀਗੇ ਉਹਨਾਂ ਨੇ ਨਾਅਰਾ ਲਗਾਇਆ ਸੀ ਕਿ ਸਾਨੂੰ ਸਵਰਾਜ ਚਾਹੀਦਾ ਹੈ, ਲੇਕਿਨ ਸਵਰਾਜ ਦਾ ਮੀਨਿੰਗ ਕੀ ਹੈ ਇਹ ਅਲੱਗ-ਅਲੱਗ ਗਰੁੱਪਸ ਵਾਸਤੇ ਵੱਖ-ਵੱਖ ਮੀਨਿੰਗ ਹੈਗਾ ਸੀਗਾ। ਜਿਵੇਂ ਅਸੀਂ ਗੱਲ ਕਰ ਲਈਏ ਜਿਹੜੇ ਕਾਂਗਰਸ ਦੇ ਨੈਸ਼ਨਲ ਲੀਡਰ ਸੀ ਉਹਨਾਂ ਵਾਸਤੇ ਸਵਰਾਜ ਦਾ ਮਤਲਬ ਸੀਗਾ ਕਿ ਸੈਲਫ ਰੂਲ ਆਫ ਇੰਡੀਅਨ ਪੀਪਲ। ਲੇਕਿਨ ਅਗਰ ਅਸੀਂ ਕਿਸਾਨਾਂ ਦੀ ਗੱਲ ਕਰ ਲਈਏ ਤਾਂ ਜ਼ਿਆਦਾਤਰ ਜਿਹੜੇ ਛੋਟੇ ਕਿਸਾਨ ਸੀਗੇ ਉਹਨਾਂ ਵਾਸਤੇ ਸਵਰਾਜ ਦਾ ਮਤਲਬ ਸੀਗਾ
ਅਮੀਰ ਜ਼ਿਮੀਂਦਾਰਾਂ ਦੇ ਸ਼ੋਸ਼ਣ ਤੋਂ ਮੁਕਤੀ। ਸੋ ਸਵਰਾਜ ਦੀ ਮੀਨਿੰਗ ਅਲੱਗ-ਅਲੱਗ ਸੀ, ਦੇਖਾਂਗੇ ਅੱਗੇ ਚੱਲ ਕੇ। ਪਹਿਲਾਂ ਏਰੀਆ ਵਾਈਜ਼ ਦੇਖ ਲੈਂਦੇ ਹਾਂ। ਮੂਵਮੈਂਟ ਇਨ ਦਾ ਟਾਊਨਸ ਕਿ ਨੋਨ ਕੋਆਪਰੇਸ਼ਨ ਖਿਲਾਫਤ ਮੂਵਮੈਂਟ ਜਿਹੜੀ ਹੈ ਸ਼ਹਿਰਾਂ ਦੇ ਵਿੱਚ ਕਿੰਨੀ ਕੁ ਸਕਸੈਸਫੁਲ ਰਹੀ, ਉਹ ਅਸੀਂ ਦੇਖਦੇ ਹਾਂ। ਕਹਿੰਦਾ ਇਹ ਮੂਵਮੈਂਟ ਜਿਹੜੀ ਸੀਗੀ ਸ਼ੁਰੂ ਹੋਈ ਸੀਗੀ ਮਿਡਲ ਕਲਾਸ ਦੇ ਪਾਰਟੀਸਪੇਸ਼ਨ ਦੇ ਨਾਲ। ਸ਼ਹਿਰਾਂ ਦੇ ਵਿੱਚ ਇਹ ਮੂਵਮੈਂਟ ਪਹਿਲਾਂ ਸ਼ੁਰੂ ਹੋਈ, ਮਿਡਲ ਕਲਾਸ ਅਤੇ ਐਜੂਕੇਟਡ ਲੋਕਾਂ ਨੇ ਇਹਦੇ ਵਿੱਚ ਪਾਰਟੀਸਪੇਟ ਕੀਤਾ। ਹਜ਼ਾਰਾਂ ਦੇ ਨੰਬਰ ਦੇ ਵਿੱਚ ਜਿਹੜੇ ਸਟੂਡੈਂਟ ਸੀਗੇ, ਗਾਂਧੀ ਜੀ ਦੇ ਕਹਿਣ ਦੇ ਅਨੁਸਾਰ ਉਹਨਾਂ ਨੇ ਗਵਰਨਮੈਂਟ ਸਕੂਲ ਛੱਡ ਦਿੱਤੇ, ਸਕੂਲਾਂ 'ਚ ਪੜ੍ਹਨਾ ਛੱਡ ਦਿੱਤਾ, ਕਾਲਜਿਸ ਛੱਡ ਦਿੱਤੇ ਸਟੂਡੈਂਟਸ ਨੇ। ਹੈੱਡ ਮਾਸਟਰ ਔਰ ਟੀਚਰਸ ਜਿਹੜੇ ਸੀਗੇ ਉਹਨਾਂ ਨੇ ਸਰਕਾਰੀ ਜੋਬ ਛੱਡ ਦਿੱਤੀ ਗਵਰਨਮੈਂਟ ਦੀ। ਲਾਇਰਸ ਨੇ ਕੋਰਟ ਦੇ ਵਿੱਚ ਜਾਣਾ ਛੱਡ ਦਿੱਤਾ। ਇਸੇ ਤਰ੍ਹਾਂ ਹੀ ਕਾਂਗਰਸ ਨੇ ਜਿਹੜਾ ਹੈ ਕਾਊਂਸਲ ਇਲੈਕਸ਼ਨਸ ਦਾ ਬਾਈਕਾਟ ਕਰ ਦਿੱਤਾ। ਬਹੁਤ ਸਾਰੀਆਂ ਸਟੇਟਸ ਦੇ ਵਿੱਚ ਜਿਹੜੀਆਂ ਇਲੈਕਸ਼ਨ ਵਿੱਚ ਹਿੱਸਾ ਹੀ ਨਹੀਂ ਲਿਆ ਇੰਡੀਅਨ ਲੀਡਰਸ ਨੇ। ਸਿਰਫ ਮਦਰਾਸ ਦੇ ਵਿੱਚ ਇੱਕ ਜਸਟਿਸ ਪਾਰਟੀ ਸੀਗੀ ਜਿਹੜੀ ਕਿ ਦਲਿਤ ਲੋਕਾਂ ਦੀ ਪਾਰਟੀ ਕਹੀ ਜਾਂਦੀ ਸੀਗੀ, ਉਸ ਪਾਰਟੀ ਨੇ ਹੀ ਪਾਰਟੀਸਪੇਟ ਕੀਤਾ ਸੀ ਇਲੈਕਸ਼ਨ ਦੇ ਵਿੱਚ। ਬਾਕੀ ਸਾਰੀਆਂ ਪਾਰਟੀਆਂ ਨੇ ਜਿਹੜਾ ਹੈ ਉਹ ਇਲੈਕਸ਼ਨ ਦਾ ਬਾਈਕਾਟ ਕੀਤਾ। ਅੱਗੇ ਨੈਕਸਟ ਪੈਰਾਗ੍ਰਾਫਸ ਦੱਸਦਾ ਹੈ ਕਿ ਨਾਨ ਕੋਆਪਰੇਸ਼ਨ ਮੂਵਮੈਂਟ ਦਾ ਜਿਹੜਾ ਇਕਨੋਮਿਕ ਇਫੈਕਟ ਸੀਗਾ ਉਹ ਕਾਫੀ ਜਿਹੜਾ ਡਰਾਮੈਟਿਕ ਸੀਗਾ, ਕਾਫੀ ਇੰਟਰਸਟਿੰਗ ਸੀ। ਫੋਰਨ ਗੁੱਡਸ ਦਾ ਬਾਈਕਾਟ ਕਰ ਦਿੱਤਾ ਗਿਆ। ਵਿਦੇਸ਼ੀ ਚੀਜ਼ਾਂ ਜਿਹੜੀਆਂ ਇੰਗਲੈਂਡ ਤੋਂ ਆਉਂਦੀਆਂ ਸੀ ਸਾਰੀਆਂ ਦਾ ਬਾਈਕਾਟ ਕਰ ਦਿੱਤਾ ਗਿਆ। ਅੰਗਰੇਜ਼ਾਂ ਨੇ ਹਿੰਦੁਸਤਾਨੀਆਂ ਨੇ ਇੰਗਲਿਸ਼ ਚੀਜ਼ਾਂ ਵਰਤਣੀਆਂ ਬੰਦ ਕਰ ਦਿੱਤੀਆਂ। ਲੀਕਵਰ ਸ਼ਾਪਸ ਪਿਕੇਟਡ, ਸ਼ਰਾਬ ਦੇ ਠੇਕੇ ਬੰਦ ਕਰਵਾ ਦਿੱਤੇ ਲੋਕਾਂ ਨੇ। ਫੋਰਨ ਕਲੋਥ ਜਿਹੜਾ ਸੀਗਾ ਵਿਦੇਸ਼ੀ ਕੱਪੜਾ ਸੀ ਉਹ ਜਲਾ ਦਿੱਤਾ ਗਿਆ। ਇੰਪੋਰਟ ਆਫ ਫੋਰਨ ਕਲੋਥ ਹਾਵਡ ਬਿਟਵੀਨ 1921 ਐਂਡ 1922। 1921 ਤੋਂ ਲੈ ਕੇ 1922 ਤੱਕ 21 ਸਾਲ ਦੇ ਵਿੱਚ ਇੰਗਲੈਂਡ ਵਰਗੇ ਕੰਟਰੀ ਤੋਂ ਆਉਣ ਵਾਲਾ ਜਿਹੜਾ ਕੱਪੜਾ ਸੀਗਾ ਉਹਦੀ ਕੁਆਂਟੀਟੀ ਅੱਧੀ ਰਹਿ ਗਈ। ਇਟਸ ਵੈਲਿਊ ਡਰੋਪਿੰਗ ਫਰੋਮ 102 ਕਰੋੜ ਟੂ 57 ਕਰੋੜ। ਔਰ ਇੰਪੋਰਟ ਦੀ ਵੈਲਿਊ ਜਿਹੜੀ ਹੈ ਉਹ ਅੱਧੀ ਰਹਿ ਗਈ ਕਿਉਂਕਿ ਇੰਪੋਰਟ ਅੱਧੀ ਰਹਿ ਗਈ ਸੀ। ਬਹੁਤ ਸਾਰੀਆਂ ਪਲੇਸਿਸ 'ਤੇ ਹਿੰਦੁਸਤਾਨੀ ਵਪਾਰੀਆਂ ਨੇ ਵਿਦੇਸ਼ੀ ਕੱਪੜਾ ਖਰੀਦ ਕੇ ਵੇਚਣ ਤੋਂ ਨਾ ਕਰ ਦਿੱਤਾ। ਐਜ਼ ਦਾ ਮੂਵਮੈਂਟ ਸਪਰੈਡ ਪੀਪਲ ਬਿਗੈਨ ਡਿਸਕਾਰਡਿੰਗ ਇੰਪੋਰਟਡ ਕਲੋਥਸ ਐਂਡ ਵੇਅਰਿੰਗ ਓਨਲੀ ਇੰਡੀਅਨ ਵਨਸ। ਜਿਉਂ-ਜਿਉਂ ਮੂਵਮੈਂਟ ਵਧਣ ਲੱਗੀ ਲੋਕਾਂ ਨੇ ਅੰਗਰੇਜ਼ੀ ਕੱਪੜਾ ਵਰਤਣਾ ਬੰਦ ਕਰ ਦਿੱਤਾ ਔਰ ਹਿੰਦੁਸਤਾਨੀ ਕੱਪੜਾ ਹੀ ਉਹ ਪਹਿਨਦੇ ਸੀਗੇ, ਜਿਹਦੇ ਨਾਲ ਕੀ ਹੋਇਆ ਕਿ ਇੰਡੀਅਨ ਜਿਹੜੀ ਟੈਕਸਟਾਈਲ ਮਿਲ ਸੀਗੀ ਜਾਂ ਇੰਡੀਅਨ ਹੈਂਡਲੂਮ ਸੀਗੀ, ਮਤਲਬ ਕਿ ਹਿੰਦੁਸਤਾਨ ਦੀਆਂ ਜਿਹੜੀਆਂ ਹੱਥ ਨਾਲ ਕੱਪੜਾ ਬਣਾਉਣ ਵਾਲੀਆਂ ਇੰਡਸਟਰੀ ਜਾਂ ਮੇਲ ਇੰਡਸਟਰੀ ਜਿਹੜੀ ਹੈ ਕੱਪੜੇ ਦੀ, ਉਹਦੀ ਪ੍ਰੋਡਕਸ਼ਨ ਕਾਫੀ ਵੱਧ ਗਈ ਕਿਉਂਕਿ ਹਰ ਕੋਈ ਹਿੰਦੁਸਤਾਨੀ ਕੱਪੜਾ ਪਹਿਨ ਰਿਹਾ ਸੀਗਾ। ਬਟ ਦਿਸ ਮੂਵਮੈਂਟ ਇਨ ਦ ਸਿਟੀਜ਼ ਗ੍ਰੈਜੂਅਲੀ ਸਲੋਡ ਡਾਊਨ ਫॉर ਅ ਵੇਰੀਅਸ ਰੀਜ਼ਨਸ। ਲੇਕਿਨ ਕੁਛ ਕਾਰਨਾਂ ਕਰਕੇ ਮੂਵਮੈਂਟ ਹੌਲੀ ਹੌਲੀ ਘਟਣ ਲੱਗ ਗਈ। ਉਹਦੇ ਕਾਰਨ ਦੱਸੇ ਇਹਨੇ, ਕੁਛ ਡਰੋਬੈਕ ਸੀਗੇ ਮੂਵਮੈਂਟ ਦੇ। ਕਹਿੰਦਾ ਖਾਦੀ ਕੱਪੜਾ ਪਹਿਨਣ ਨੂੰ ਕਿਹਾ ਸੀ ਗਾਂਧੀ ਜੀ ਨੇ, ਲੇਕਿਨ ਖਾਦੀ ਕੱਪੜਾ, ਖੱਦਰ ਦਾ ਕੱਪੜਾ, ਹਿੰਦੁਸਤਾਨੀ ਕੱਪੜਾ ਕਾਫੀ ਮਹਿੰਗਾ ਸੀਗਾ। ਦੂਜੇ ਪਾਸੇ ਇੰਗਲੈਂਡ ਦੀ ਮਿੱਲ 'ਚ ਪ੍ਰੋਡਿਊਸ ਹੋਣ ਵਾਲਾ ਕੱਪੜਾ ਸਸਤਾ ਹੁੰਦਾ ਸੀਗਾ, ਸੋ ਗਰੀਬ ਲੋਕ ਖੱਦਰ ਨਹੀਂ ਸੀ ਖਰੀਦ ਸਕਦੇ, ਮਹਿੰਗਾ ਸੀਗਾ। ਉਹਨਾਂ ਵਾਸਤੇ ਅੰਗਰੇਜ਼ੀ ਕੱਪੜਾ ਖਰੀਦਣਾ ਜੋ ਸਸਤਾ ਸੀ ਆਸਾਨ ਸੀਗਾ, ਸੋ ਇਹ ਇੱਕ ਮੁਸ਼ਕਿਲ ਸੀਗੀ। ਦੂਜੀ ਮੁਸ਼ਕਿਲ ਦੱਸ ਰਿਹਾ ਹੈ ਕਿ ਕਹਿੰਦਾ ਕਿ ਸਿਮਿਲਰਲੀ ਦਾ ਬਾਈਕਾਟ ਆਫ ਬ੍ਰਿਟਿਸ਼ ਇੰਸਟੀਟਿਊਸ਼ਨਸ ਆਲਸੋ ਪੋਜ਼ਡ ਏ ਪ੍ਰੋਬਲਮ। ਅੰਗਰੇਜ਼ੀ ਸਰਕਾਰ ਦੀਆਂ ਜੋ ਇੰਸਟੀਟਿਊਸ਼ਨ ਸੀ ਉਹਨਾਂ ਦਾ ਬਾਈਕਾਟ ਕਰਨਾ ਪੂਰੀ ਤਰ੍ਹਾਂ ਪੋਸੀਬਲ ਨਹੀਂ ਸੀਗਾ। ਫॉर द मूवमेंट टू बी सक्सैसफुल आल्टरनेटिव इंडियन इंस्टीट्यूशनस हैड टू बी सैट अप। अगर हिंदुस्तानी ਜਿਹੜੇ ਸੀ ਚਾਹੁੰਦੇ ਸੀਗੇ ਕਿ ਅੰਗਰੇਜ਼ਾਂ ਦੀਆਂ ਇੰਸਟੀਟਿਊਸ਼ਨ ਦਾ ਬਾਈਕਾਟ ਕੀਤਾ ਜਾਏ ਤਾਂ ਬਦਲੇ ਦੇ ਵਿੱਚ ਇੰਡੀਅਨ ਇੰਸਟੀਟਿਊਸ਼ਨਸ ਵੀ ਬਣਾਉਣੀਆਂ ਪੈਣੀਆਂ ਸੀਗੀਆਂ ਜੋ ਕਾਂਗਰਸ ਨਹੀਂ ਬਣਾ ਸਕੀ। ਥੀਸ ਵਰ ਸਲੋ ਟੂ ਕਮ ਅਪ। ਅਗਰ ਕੁਛ ਬਣਾਈਆਂ ਵੀ ਤਾਂ ਬਹੁਤ ਘੱਟ ਸੀਗੀਆਂ। ਸੋ ਸਟੂਡੈਂਟਸ ਐਂਡ ਟੀਚਰਸ ਬਿਗੈਨ ਟ੍ਰਿਕਲਿੰਗ ਬੈਕ ਟੂ ਗਵਰਨਮੈਂਟ ਸਕੂਲਸ। ਸੋ ਵਿਦਿਆਰਥੀਆਂ, ਹਾਲਾਂਕਿ ਇੰਡੀਅਨ ਸਟੂਡੈਂਟਸ ਨੇ ਬ੍ਰਿਟਿਸ਼ ਸਕੂਲ ਕਾਲਜ ਛੱਡ ਦਿੱਤੇ ਸੀਗੇ, ਲੇਕਿਨ ਕਿੰਨੀ ਕੁ ਦੇਰ ਉਸ ਛੱਡ ਕੇ ਬੈਠੇ ਰਹਿੰਦੇ ਪੜ੍ਹਾਈ। ਆਖਿਰਕਾਰ ਵਾਪਸ ਉਹਨਾਂ ਨੂੰ ਕੁਛ ਦੇਰ ਬਾਅਦ ਬ੍ਰਿਟਿਸ਼ ਸਕੂਲਸ ਦੇ ਵਿੱਚ ਜਾਣਾ ਪਿਆ। ਟੀਚਰਸ ਜਿਨ੍ਹਾਂ ਨੇ ਜੋਬ ਛੱਡ ਦਿੱਤੀ ਸੀ ਉਹ ਬੇਰੁਜ਼ਗਾਰ ਹੋ ਗਏ ਸੀਗੇ, ਆਖਿਰਕਾਰ ਉਹਨਾਂ ਨੂੰ ਵੀ ਬ੍ਰਿਟਿਸ਼ ਸਕੂਲਸ ਦੇ ਵਿੱਚ ਨੌਕਰੀ ਕਰਨੀ ਪਈ। ਲਾਇਰਸ ਜਿਨ੍ਹਾਂ ਨੇ ਕੋਰਟ ਛੱਡ ਦਿੱਤੀ ਸੀਗੀ ਉਹ ਵੀ ਕੀ ਕਰਦੇ, ਕਿੱਥੋਂ ਰੋਜ਼ੀ ਰੋਟੀ ਕਮਾਉਂਦੇ, ਆਖਿਰਕਾਰ ਉਹ ਵੀ ਥੋੜ੍ਹੀ ਦੇਰ ਬਾਅਦ ਆਪਣੀਆਂ ਜੋਬਸ ਦੇ ਉੱਪਰ ਚਲੇ ਗਏ। ਸੋ ਜਿਸ ਕਾਰਨ ਇਹ ਜਿਹੜੀ ਮੂਵਮੈਂਟ ਸੀਗੀ ਸ਼ਹਿਰਾਂ ਦੇ ਵਿੱਚ ਜਿਹੜੀ ਸੀਗੀ ਇਹਦੀ ਪੋਪੂਲੈਰਿਟੀ ਘਟਣ ਲੱਗ ਗਈ।